ਕਹਿੰਦੇ ਹਨ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗਿਆਨ ਦਾ ਬੱਧਾ ਹੋਇਆ ਮਨ ਰਹਿੰਦਾ ਹੈ, ਪਰ ਉਹ ਗਿਆਨ ਗੁਰੂ ਦਾ ਹੈ। ਤੁਸੀਂ ਆਪਣੇ ਗਿਆਨ ਦੁਆਰਾ ਮਨ ਨੂੰ ਨਹੀਂ ਬੰਨ੍ਹ ਸਕਦੇ। ਇਹ ਗੱਲ ਥੋੜ੍ਹੀ ਜਿਹੀ ਸਮਝਣ ਯੋਗ ਵੀ ਹੈ। ਧਾਰਮਿਕ ਲੋਕ ਸੋਚਦੇ ਹਨ ਵੀ ਅਸੀਂ ਜੋ ਉਪਦੇਸ਼ ਹਨ ਗੁਰੂਆਂ ਦੇ, ਉਹਨਾਂ ਨੂੰ ਵਿਚਾਰ ਵਿਚਾਰ ਕੇ ਸਮਝ ਕੇ ਗਿਆਨ ਹਾਸਲ ਕਰਾਂਗੇ ਤਾਂ ਸਾਡਾ ਮਨ ਮਰ ਜਾਵੇਗਾ। ਪਰ ਐਸਾ ਹੁੰਦਾ ਨਹੀਂ ਹੈ, ਕਿਉਂਕਿ ਮਨ ਆਪਣੇ ਆਪ ਆਪਣੀ ਮੌਤ ਵੱਲ ਨੂੰ ਨਹੀਂ ਜਾਂਦਾ ਹੈ। ਜਿਵੇਂ ਤੁਸੀਂ ਸਰੀਰ ਕਰਕੇ ਨਹੀਂ ਮਰਨਾ ਚਾਹੁੰਦੇ, ਇੱਦਾਂ ਹੀ ਮਨ ਹੈ। ਅਤੇ ਮਨ ਫਿਰ ਕੀ ਕਰਦਾ ਹੈ ਵੀ ਉਹਨਾਂ ਦੀ ਬਾਣੀ ਪੜ੍ਹ ਕੇ, ਉਪਦੇਸ਼ ਪੜ੍ਹ ਕੇ, ਵਿਚਾਰ ਕੇ, ਸਮਝ ਕੇ ਉਸ ਗਿਆਨ ਨੂੰ ਸੰਸਾਰ ਵਿੱਚ ਲਾ ਦਿੰਦਾ ਹੈ। ਇਸ ਕਰਕੇ ਮਨ ਜ਼ਿਆਦਾ ਉਲਝ ਜਾਂਦਾ ਹੈ ਧਾਰਮਿਕ ਲੋਕਾਂ ਦਾ, ਕਿਉਂਕਿ ਵਾਸ਼ਨਾ ਤਾਂ ਜੇ ਸੰਸਾਰ ਦੀ ਹੈ, ਜੀਣਾ ਚਾਹੁੰਦੇ ਹਨ ਸੰਸਾਰ ਵਿੱਚ, ਮਰਨਾ ਤਾਂ ਚਾਹੁੰਦਾ ਹੀ ਨਹੀਂ ਕੋਈ। ਤੁਸੀਂ ਵੀ ਸੋਚੋ ਸਾਰੇ, ਤੁਸੀਂ ਠੀਕ ਢੰਗ ਨਾਲ ਜੀਣਾ ਚਾਹੁੰਦੇ ਹੋ, ਸੁਖਪੂਰਵਕ ਜੀਣਾ ਚਾਹੁੰਦੇ ਹੋ, ਮਜ਼ੇ ਨਾਲ ਜੀਣਾ ਚਾਹੁੰਦੇ ਹੋ। ਇਸ ਕਰਕੇ ਧਾਰਮਿਕ ਲੋਕ ਧਾਰਮਿਕ ਢੰਗ ਨਾਲ ਕਹਿੰਦੇ ਹੈ ਮਜ਼ੇ ਨਾਲ ਜੀਓਗੇ, ਅਤੇ ਜੀਣਾ ਚਾਹੁੰਦੇ ਹੋ ਸੰਸਾਰ ਵਿੱਚ ਹੀ। ਵਾਸ਼ਨਾ ਸੰਸਾਰ ਦੀ ਹੈ, ਇਸ ਕਾਰਨ ਮਨ ਫਿਰ ਉਸ ਗਿਆਨ ਨੂੰ ਸੰਸਾਰ ਵਿੱਚ ਲਾਉਂਦਾ ਹੈ। ਅਤੇ ਗੁਰੂ ਦਾ ਗਿਆਨ ਹੈ ਸੰਸਾਰ ਵਿੱਚੋਂ ਕੱਢਣ ਵਾਸਤੇ। ਉਹ ਸੰਸਾਰ ਵਿੱਚੋਂ ਕੱਢਦਾ ਹੈ। ਮੁਕਤ ਤਾਂ ਸੰਸਾਰ ਤੋਂ ਹੀ ਹੋਣਾ ਹੈ ਨਾ, ਛੁੱਟਣਾ ਹੈ ਕਹਿ ਲਓ, ਛੁੱਟਣਾ ਹੈ ਨਾ, ਤੋ ਛਡਾਉਂਦਾ ਹੈ ਸੰਸਾਰ 'ਚੋਂ। ਅਤੇ ਉਹ ਕਹਿੰਦਾ ਹੈ ਅਗਰ ਤੁਹਾਡੀ ਵਾਸ਼ਨਾ ਸੰਸਾਰ ਦੀ ਹੈ, ਫਿਰ ਤੁਸੀਂ ਸੰਸਾਰ 'ਚ ਹੀ ਜਾਓਗੇ। ਇਸ ਕਾਰਨ ਉਹ ਸੰਸਾਰੀਆਂ ਨੂੰ ਉਪਦੇਸ਼ ਨਹੀਂ ਦਿੰਦਾ ਹੈ ਜਿਹੜਾ ਸੰਸਾਰ ਵੱਲ ਜਾਣਾ ਚਾਹੁੰਦਾ ਹੈ, ਕਿਉਂਕਿ ਉਹਨੂੰ ਉਪਦੇਸ਼ ਵੀ ਜਿਹੜਾ ਹੈ ਨਾ ਲਾਭ ਨਹੀਂ ਕਰੇਗਾ, ਸਗੋਂ ਨੁਕਸਾਨ ਕਰੇਗਾ। ਕਈ ਉਪਦੇਸ਼ ਯਾਦ ਕਰ ਕਰਕੇ ਹੀ ਵਿਚਾਰਕ ਬਣ ਜਾਂਦੇ ਹਨ, ਪ੍ਰਚਾਰਕ ਬਣ ਜਾਂਦੇ ਹਨ। ਇਤਨਾ ਸੁਣ ਸੁਣ ਕੇ ਹੀ ਰਿਕਾਰਡਿੰਗ ਬਣ ਰਹੇ ਹਨ। ਅਤੇ ਉਲਟਾ ਹੈ ਸੰਸਾਰ ਨਾਲ, ਮਨ ਤੋਂ ਉਲਟਾ ਹੈ ਖੇਲ ਇਹ। ਇਸ ਕਰਕੇ ਇਹਨੂੰ ਕਠਨ ਕਿਹਾ ਹੈ, ਖੇਲ ਕਠਨ ਹੈ ਕਿਨਹੂ ਗੁਰਮੁਖ ਜਾਣਾ। ਇਸ ਕਾਰਨ ਇਹ ਖੇਡ ਉਹ ਹੀ ਖੇਡਦਾ ਹੈ ਜਿਹੜਾ ਸਿਰ ਧਲੀ 'ਤੇ ਰੱਖ ਕੇ ਆਉਂਦਾ ਹੈ, ਭਾਵ ਕਿ ਜਿਹੜਾ ਮਿਟਣ ਨੂੰ ਤਿਆਰ ਹੋ ਜਾਂਦਾ ਹੈ। ਫਿਰ ਖਿਆਲ ਕਰੋ, ਮਿਟਣ ਦਾ ਅਰਥ ਇਹ ਹੈ ਵੀ ਤੁਸੀਂ ਆਪਣੀ ਸੋਚ ਮੁਤਾਬਕ ਜੋ ਕੁਛ ਵੀ ਕਰ ਰਹੇ ਹੋ, ਉਹ ਸਭ ਕੁਛ ਹੀ ਛੱਡਣਾ ਹੈ। ਤੁਸੀਂ ਆਪਣੇ ਵਾਸਤੇ ਹੀ ਸੋਚ ਰਹੇ ਹੋ ਨਾ। ਅਗਰ ਧਾਰਮਿਕ ਪੱਖ ਦੇ ਨਾਲ ਵੀ ਸੋਚ ਰਹੇ ਹੋ, ਧਰਮ ਵਾਲੇ ਪੱਖ ਨੂੰ ਜਾਣ ਵਾਸਤੇ ਵੀ, ਤਾਂ ਵੀ ਤੁਸੀਂ ਆਪਣੇ ਵਾਸਤੇ ਹੀ ਸੋਚ ਰਹੇ ਹੋ। ਅਤੇ ਜੋ ਵੀ ਤੁਸੀਂ ਸੋਚ ਰਹੇ ਹੋ ਉਹ ਤੁਹਾਡੇ ਮਨ ਦੀ ਹੀ ਸੋਚ ਹੈ। ਉਸ ਵਿਚਾਰਧਾਰਾ ਤੋਂ ਬਿਲਕੁਲ ਹੀ ਮੁਕਤ ਹੋਣਾ ਹੈ। ਅਗਰ ਮੋਹ ਹੈ ਜ਼ਿਆਦਾ ਉਸ ਵਿਚਾਰਧਾਰਾ ਨਾਲ, ਮੈਂ ਜਿਵੇਂ ਕਹਿ ਰਿਹਾ ਲਗਾਵ ਹੈ ਤੁਹਾਨੂੰ ਤੁਹਾਡੀ ਵਿਚਾਰਧਾਰਾ ਨਾਲ ਵੀ ਮੈਂ ਠੀਕ ਹਾਂ,
ਹਰ ਇੱਕ ਧਾਰਮਿਕ ਵਿਅਕਤੀ ਨੂੰ ਹੁੰਦਾ ਹੈ। ਆਪਣੀ ਵਿਚਾਰਧਾਰਾ ਨਾਲ ਮੋਹ ਬਹੁਤ ਹੁੰਦਾ ਹੈ। ਲੋਕ ਮਰਨ ਤੱਕ ਜਾਂਦੇ ਹਨ ਅਤੇ ਆਪਣੀ ਵਿਚਾਰਧਾਰਾ ਨੂੰ ਹੀ ਠੀਕ ਸਮਝਦੇ ਹਨ। ਸੰਸਾਰ ਨਾਲੋਂ ਵੀ ਜ਼ਿਆਦਾ ਧਾਰਮਿਕ ਵਿਚਾਰਧਾਰਾ ਨਾਲ ਮੋਹ ਹੋ ਜਾਂਦਾ ਬੰਦੇ ਨੂੰ। ਉਹ ਮੋਹ ਛੱਡਣਾ ਹੈ, ਕਿਉਂਕਿ ਉਹ ਤੁਹਾਡੀ ਵਿਚਾਰਧਾਰਾ ਹੈ। ਹਰ ਇੱਕ ਵਿਚਾਰਧਾਰਾ ਤੋਂ ਮੁਕਤ ਹੋਣਾ। ਸੰਸਾਰ ਦੀ ਵਿਚਾਰਧਾਰਾ ਹੈ ਇੱਕ, ਪਰਿਵਾਰ ਦੀ ਹੈ। ਉਹ ਸਭ ਤੁਹਾਨੂੰ ਸਿਖਾਇਆ ਗਿਆ ਹੈ ਵੀ ਆਹ ਤੁਹਾਡੇ ਬੱਚੇ ਹਨ, ਤੁਹਾਡਾ ਪਰਿਵਾਰ ਹੈ, ਇਹਨਾਂ ਨੂੰ ਤੁਸੀਂ ਪਾਲਣਾ ਹੈ, ਜੇ ਕਰਨਾ ਹੈ ਉਹ ਕਰਨਾ ਹੈ। ਸੰਸਾਰ ਦੀ, ਸਮਾਜ ਦੀ ਵਿਚਾਰਧਾਰਾ ਤੁਹਾਡੇ ਅੰਦਰ ਘੁੰਮ ਰਹੀ। ਫਿਰ ਦੂਸਰੀ ਹੈ ਆਹ ਧਾਰਮਿਕ ਵਿਚਾਰਧਾਰਾ, ਅਤੇ ਇਹਦੇ ਨਾਲ ਫਿਰ ਆਦਮੀ ਨੂੰ ਜ਼ਿਆਦਾ ਹੰਕਾਰ ਹੋ ਜਾਂਦਾ ਹੈ। ਜਾਣਕਾਰੀ ਦਾ ਹੁੰਦਾ ਤਾਂ ਸੰਸਾਰਿਕ ਆਦਮੀ ਨੂੰ ਵੀ ਹੈ, ਪਰ ਉਹਦੇ ਨਾਲੋਂ ਜ਼ਿਆਦਾ ਘਾਤਕ ਹੋ ਜਾਂਦਾ ਹੈ ਧਾਰਮਿਕ। ਇਹ ਵਿਚਾਰਧਾਰਾ ਦਾ ਗਿਆਨ ਜਿਹੜਾ ਹੈ, ਸਮਝ, ਅਤੇ ਇਹ ਸਮਝ ਜਿਹੜੀ ਹੈ, ਇਹ ਗਿਆਨ ਅਗਰ ਤੁਹਾਨੂੰ ਮੁਕਤ ਨਹੀਂ ਕਰ ਰਿਹਾ ਹੈ ਤੇ ਜਾਣੋ ਵੀ ਇਹ ਝੂਠ ਹੈ। ਜਿਹੜਾ ਗਿਆਨ ਤੁਹਾਨੂੰ ਸੰਸਾਰ 'ਚੋਂ ਨਹੀਂ ਛਡਾ ਰਿਹਾ ਹੈ, ਉਹ ਗੁਰੂ ਦਾ ਨਹੀਂ ਹੈ। ਅਗਰ ਤੁਸੀਂ ਸੰਸਾਰ ਵੱਲੋਂ ਜਾ ਰਹੇ ਹੋ, ਸੰਸਾਰ ਦੀ ਵਿਚਾਰਧਾਰਾ ਚੱਲ ਰਹੀ ਹੈ, ਇਹਦਾ ਮਤਲਬ ਇਹੋ ਹੀ ਹੈ ਵੀ ਤੁਸੀਂ ਆਪਣੀ ਸਮਝ ਦੁਆਰਾ, ਆਪਣੇ ਗਿਆਨ ਦੁਆਰਾ ਚੱਲ ਰਹੇ ਹੋ। ਤਾਂ ਹੀ ਚੱਲ ਰਹੀ ਹੈ। ਉਹ ਫਿਰ ਦੁਖੀ ਕਰ ਰਹੀ ਹੈ ਵਿਚਾਰਧਾਰਾ, ਮਨ ਪਰੇਸ਼ਾਨ ਕਰ ਰਿਹਾ ਹੈ, ਤਾਂ ਵੀ ਨਹੀਂ ਤੁਸੀਂ ਛੱਡ ਰਹੇ ਹੋ, ਅਤੇ ਉਹਦੇ ਨਾਲ ਮੋਹ ਹੈ। ਅਤੇ ਮੈਂ ਕਹਿੰਦਾ ਮੋਹ ਦਾ ਤਿਆਗ ਕਰੋ। ਫਿਰ ਮੋਹ ਦਾ ਤਿਆਗ ਪਹਿਲਾਂ ਬਾਹਰੋਂ ਹੋਵੇਗਾ, ਜਿੱਥੇ ਜਿੱਥੇ ਮੋਹ ਹੈ, ਜਿੱਥੇ ਜਿੱਥੇ ਲਗਾਵ ਹੈ ਤੁਹਾਡੇ ਮਨ ਦਾ। ਜਿਹੜੇ ਕਾਰਨ ਵਿਚਾਰਧਾਰਾ ਚੱਲ ਰਹੀ ਹੈ, ਉਹ ਕਾਰਨਾਂ ਨੂੰ ਛੱਡਣਾ ਪਵੇਗਾ। ਐਸਾ ਵੀ ਨਹੀਂ ਛੱਡ ਕੇ ਦੂਰ ਜਾਓ, ਪਰ ਧਿਆਨ ਹਟਾਉਣਾ ਪਵੇਗਾ। ਅਤੇ ਬਾਹਰੋਂ ਪਹਿਲਾਂ ਇਹ ਵਿਚਾਰਧਾਰਾ ਨੂੰ ਛੱਡਣਾ ਪਵੇਗਾ। ਜਿੱਥੇ ਜਿੱਥੇ ਵਿਚਾਰਧਾਰਾ ਆਪਣਿਆਂ 'ਤੇ ਜਾ ਰਹੀ ਹੈ, ਤੁਸੀਂ ਆਪਣੇ ਸਮਝ ਲਏ ਮੇਰੇ ਹਨ। ਮੇਰਾ ਇੱਥੇ ਕੌਣ ਹੈ? ਕੋਈ ਵੀ ਨਹੀਂ ਹੈ। ਹਮਰਾ ਕੋ ਨਾ ਹੀ, ਹਮ ਕਿਸੂ ਕੇ ਨਾ ਹੀ। ਕਬੀਰ ਜੀ ਨੇ ਕਿਹਾ ਹੈ ਨਾ। ਪਰਿਵਾਰ 'ਚ ਹੀ ਰਹਿੰਦੇ ਸਨ, ਪਰ ਉਹਨਾਂ ਨੇ ਜਾਣਿਆ ਨਾ, ਉੱਦਾਂ ਥੋੜ੍ਹੀ ਕਿਹਾ। ਉਹਨਾਂ ਦੀ ਵਿਚਾਰਧਾਰਾ ਚੱਲ ਨਹੀਂ ਰਹੀ ਹੋਣੀ ਆਪਣਿਆਂ 'ਤੇ। ਅਤੇ ਆਪਣਾ ਕੋਈ ਵੀ ਨਹੀਂ ਹੈ। ਜਦੋਂ ਵਿੱਚ ਸੋਚੋਗੇ ਨਹੀਂ ਤਾਂ ਹੈ ਹੀ ਨਹੀਂ। ਇੱਦਾਂ ਹੀ ਵਿਚਾਰਧਾਰਾ ਪਹਿਲਾਂ ਬਾਹਰੋਂ ਹਟੇਗੀ, ਮੋਹ ਬਾਹਰੋਂ ਹਟੇਗਾ, ਫਿਰ ਇਹ ਮੋਹ ਅੰਦਰ ਹੈ ਤੁਹਾਡੇ ਆਪਣੇ ਆਪੇ ਨਾਲ, ਆਪਣੀ ਵਿਚਾਰਧਾਰਾ ਨਾਲ। ਇਸ ਕਾਰਨ ਇਹ ਵਿਚਾਰਧਾਰਾ ਪਰੇਸ਼ਾਨ ਵੀ ਕਰ ਰਹੀ ਹੈ ਤੁਹਾਨੂੰ। ਵਿਚਾਰ ਤਾਂ ਵੀ ਨਹੀਂ ਛੁੱਟ ਰਹੇ ਹਨ। ਅਗਰ ਆਪਣੇ ਆਪ ਜਪ ਕਰਕੇ, ਸਿਮਰਨ ਕਰਕੇ, ਚਿੰਤਨ ਕਰਕੇ, ਧਿਆਨ ਕਰਕੇ ਕਿਸੇ ਦੀ ਵਿਚਾਰਧਾਰਾ ਨਹੀਂ ਹਟ ਰਹੀ ਹੈ ਨਾ, ਵਿਚਾਰ ਚੱਲ ਰਹੇ ਹਨ, ਅਤੇ ਉਹਨਾਂ ਨੂੰ ਫਿਰ ਜਾਣ ਲੈਣਾ ਚਾਹੀਦਾ ਹੈ ਵੀ ਮੈਂ ਜੋ ਜਾਣਦਾ ਹਾਂ, ਮੇਰਾ ਜੋ ਗਿਆਨ ਹੈ, ਇਹ ਝੂਠ ਹੈ। ਤੋ ਉਸ ਝੂਠ ਦੁਆਰਾ ਮੈਂ ਕੋਸ਼ਿਸ਼ ਕਰ ਰਿਹਾ ਹਾਂ ਝੂਠ ਵਿੱਚੋਂ ਨਿਕਲਣ ਦੀ। ਇਸ ਕਰਕੇ ਝੂਠ ਵਿੱਚ ਫਸਦੇ ਜਾਂਦੇ ਹਨ ਲੋਕ, ਕਿਉਂਕਿ ਉਹ ਗਿਆਨ, ਉਹ ਸਮਝ ਉਹਨਾਂ ਨੂੰ ਸੰਸਾਰ 'ਚ ਲੈ ਕੇ ਚਲੇ ਜਾਂਦੀ ਹੈ। ਇਸ ਕਰਕੇ ਇਹ ਸਮਝ ਨੂੰ, ਇਸ ਗਿਆਨ ਨੂੰ ਪਹਿਲਾਂ ਜਾਣੋ ਕਿ ਇਹ ਝੂਠਾ ਹੈ ਟੋਟਲ ਹੀ। ਫਿਰ ਤੁਸੀਂ ਵਿਨਮਰ ਹੋਵੋਗੇ। ਜਦੋਂ ਕੋਈ ਵਿਨਮਰ ਹੋ ਜਾਂਦਾ ਹੈ ਨਾ, ਫਿਰ ਹੀ ਉਹ ਗੱਲ ਮੰਨਦਾ ਹੈ। ਮੰਨੇ ਕੀ ਗਤ ਕਹੀ ਨਾ ਜਾ। ਫਿਰ ਜਿਹੜਾ ਮੰਨ ਲੈਂਦਾ ਹੈ, ਉਹਦੀ ਗਤੀ ਕਹੀ ਨਹੀਂ ਜਾ ਸਕਦੀ, ਆਪਣੇ ਆਪ ਹੀ ਹੋਣੀ ਸ਼ੁਰੂ ਹੋ ਜਾਂਦੀ ਹੈ। ਕਿਉਂਕਿ ਉਹ ਆਪਣੇ ਮਨ ਦੇ ਨਹੀਂ ਨਾ ਮੰਨ ਰਿਹਾ ਹੈ, ਅਤੇ ਆਪਣੇ ਮਨ ਵੱਲ ਨੂੰ ਤਾਂ ਜਾਏਗਾ ਨਹੀਂ ਧਿਆਨ। ਹੁਣ ਉਹਨੇ ਗੁਰਮਤ ਧਾਰਨ ਕਰ ਲਈ, ਆਪਣੀ ਮੱਤ ਛੱਡਤੀ, ਅਤੇ ਆਪਣੀ ਮੱਤ ਦੁਆਰਾ
ਅਗਰ ਨਹੀਂ ਉਪਲਬਧੀ ਹੋ ਰਹੀ ਹੈ ਕਿਸੇ ਨੂੰ, ਨਹੀਂ ਹੋਵੇਗੀ। ਦਰਅਸਲ ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ ਵੀ ਬਿਨਾਂ ਸਹਾਰੇ ਦੇ ਕੋਈ ਵਿਰਲਾ ਹੀ ਹੈ ਇਹ ਅਥਾਹ ਸਾਗਰ ਨੂੰ ਤਰਨ ਵਾਲਾ। ਕਰੋੜਾਂ ਅਰਬਾਂ ਚੋਂ ਕਹਿ ਲਓ ਅਜੋਕੇ ਸਮੇਂ, ਪਰ ਇਹ ਸਹਾਰਾ ਫੜ ਕੇ ਕੋਈ ਜਾ ਸਕਦਾ ਹੈ ਜਹਾਜ਼ ਤੇ ਬੈਠ ਕੇ, ਪਰ ਜਹਾਜ਼ ਤੇ ਉਹ ਬੈਠਦਾ ਹੈ ਜਿਹੜਾ ਇੱਧਰਲਾ ਕਿਨਾਰਾ ਛੱਡ ਦਿੰਦਾ ਹੈ। ਨਾਨਕ ਨਾਮ ਜਹਾਜ਼ ਹੈ ਚੜੇ ਸੂਤਰੇ ਪਾਰ। ਇਹ ਤਾਂ ਗੱਲ ਠੀਕ ਹੈ, ਪਰ ਚੜੂਗਾ ਤੇ ਉਹ ਹੀ ਜਿਹੜਾ ਇੱਧਰੋਂ ਸੰਸਾਰ ਵੱਲੋਂ ਪਹਿਲਾਂ ਛੁੱਟੂ, ਇੱਧਰਲਾ ਕਿਨਾਰਾ ਛੱਡਣ ਨੂੰ ਤਿਆਰ ਹੋ ਤਾਂ ਹੀ ਨਾ। ਅਤੇ ਇਸ ਕਿਨਾਰੇ ਨਾਲ ਤੁਸੀਂ ਬੱਧੇ ਹੋਏ ਹੋ ਆਪਣੀ ਸਮਝ ਕਰਕੇ। ਅਤੇ ਸਮਝ ਕੰਮ ਆਉਂਦੀ ਹੈ ਇਸ ਸਮਝ ਨੂੰ ਛੱਡਣ ਵਾਸਤੇ। ਕਹਿੰਦੇ ਹਨ ਨਾ ਬੁੱਧੀ ਪਰਮਾਤਮਾ ਦੇ ਦਰ ਤੱਕ ਲੈ ਕੇ ਚਲੇ ਜਾਂਦੀ ਹੈ। ਭਾਵ ਇਹ ਹੈ ਗੁਰੂ ਦੇ ਦਰ ਤੱਕ ਲੈ ਕੇ ਚਲੇ ਜਾਂਦੀ ਹੈ ਕਹਿ ਲਓ। ਅਤੇ ਗੁਰੂ ਦੇ ਦਰ 'ਤੇ ਜਾ ਕੇ ਬੁੱਧੀ ਰੱਖ ਦੇਣੀ ਹੈ ਉੱਥੇ, ਜਿਵੇਂ ਜੁੜੇ ਲਾ ਦਿੰਦੇ ਹਨ। ਫਿਰ ਗੁਰੂ ਦੇ ਅੰਦਰ ਦਰ ਦੇ ਪ੍ਰਵੇਸ਼ ਕਰ ਜਾਂਦਾ ਹੈ ਸਿੱਖ। ਇੱਦਾਂ ਹੀ ਸੰਸਾਰ ਨੂੰ ਕੋਈ ਛੱਡ ਕੇ ਅਤੇ ਗੁਰੂ ਦੇ ਦਰ 'ਤੇ ਪਹੁੰਚਦਾ ਹੈ, ਜਾਂ ਬੁੱਧੀ ਨੂੰ, ਸਮਝ ਨੂੰ, ਗਿਆਨ ਨੂੰ, ਸਾਰੇ ਨੂੰ ਛੱਡ ਕੇ ਜਿਹੜਾ ਪਹੁੰਚਦਾ। ਜਿਵੇਂ ਪਿਆਰੇ ਪਹੁੰਚੇ ਸਨ, ਆਪਣਾ ਸਾਰਾ ਕੁਝ ਛੱਡ ਕੇ ਪਹੁੰਚੇ ਸਨ। ਉਹਨਾਂ ਦੇ ਵੀ ਧਰਮ ਹੋਰ ਸਨ, ਮਜ਼ਹਬ ਹੋਰ ਸਨ, ਘਰਾਣੇ ਹੋਰ ਸਨ, ਪਰਿਵਾਰ ਸਨ, ਸਭ ਕੁਝ ਛੱਡ ਕੇ ਗੁਰੂ ਦੇ ਦਰ 'ਤੇ ਪਹੁੰਚ। ਅਤੇ ਬੁੱਧੀ ਮੈਂ ਅਕਸਰ ਕਹਿਣਾ ਹੁੰਦਾ ਪਰਮਾਤਮਾ ਨੂੰ ਪਾਉਣ ਵਾਸਤੇ ਨਹੀਂ, ਪਰਮਾਤਮਾ ਦਾ ਗਿਆਨ ਹਾਸਲ ਕਰਨ ਵਾਸਤੇ ਨਹੀਂ ਕੰਮ ਆਉਂਦੀ ਹੈ। ਸੰਸਾਰ ਨੂੰ ਛੱਡਣ ਵਾਸਤੇ ਗਿਆਨ ਜਿਹੜਾ ਹਾਸਲ ਕਰਦੀ ਹੈ ਨਾ ਬੁੱਧੀ, ਤੋ ਉਸ ਗਿਆਨ ਦੁਆਰਾ ਅਗਰ ਸੰਸਾਰ ਛੁੱਟ ਰਿਹਾ ਹੈ ਤਾਂ ਸਮਝ ਲੈਣਾ ਵੀ ਠੀਕ ਠੀਕ ਬੁੱਢੀ ਦਾ ਉਪਯੋਗ ਹੋ, ਸਮਝ ਦਾ ਠੀਕ ਠੀਕ ਉਪਯੋਗ ਹੈ। ਸਮਝਦਾਰੀ ਨੂੰ ਹੀ ਛੱਡੀ ਜਾਣ। ਅਤੇ ਆਪਣੇ ਆਪ ਚਾਹੁੰਦਾ ਹੈ ਆਦਮੀ, ਖਿਆਲ ਵਿੱਚ ਰੱਖਣੀ ਗੱਲ, ਕੋਈ ਨਹੀਂ ਚਾਹੁੰਦਾ ਹੈ ਝੁਕਣਾ। ਸਿੱਖਾਂ 'ਚ ਤਾਂ ਆਮ ਤਰ ਇਹ ਸਿਖਾਇਆ ਹੀ ਨਹੀਂ ਜਾਂਦਾ ਹੈ ਵੀ ਕਿਸੇ ਅੱਗੋਂ ਝੁਕਣਾ ਹੈ। ਜ਼ਿਆਦਾ ਹੰਕਾਰੀ ਹੋ ਰਹੇ ਹਨ ਲੋਕ, ਧਾਰਮਿਕ ਲੋਕ ਹੀ ਹੰਕਾਰੀ ਬਣਾ ਰਹੇ ਹਨ ਲੋਕਾਂ ਨੂੰ। ਦੇਖੋ ਤੁਸੀਂ ਉਲਟਾ ਹੀ ਕੰਮ ਹੋ ਰਿਹਾ ਹੈ ਨਾ। ਹੋਣਾ ਚਾਹੀਦਾ ਸੀ ਵਿਨਮਰ, ਅਤੇ ਹੋ ਰਹੇ ਹੰਕਾਰੀ। ਅਤੇ ਉਹਨਾਂ ਦੇ ਅੰਦਰ ਇਹੋ ਹੀ ਪ੍ਰਚਾਰਕ ਵਾਰ-ਵਾਰ ਹੀ ਭਰੀ ਜਾਂਦੇ ਹਨ ਵੀ ਗੁਰੂ ਸਾਹਿਬ ਜੀ ਨੇ ਸਿਮਰਨ ਕਰਨ ਵਾਸਤੇ, ਨਾਮ ਜਪਣ ਵਾਸਤੇ ਕਿਹਾ ਹੋਇਆ, ਅਤੇ ਉਹ ਹੀ ਦੁਹਰਾ ਰਹੇ ਹਨ ਅਤੇ ਉਹੀ ਲੋਕ ਕਰ ਰਹੇ ਹਨ। ਕਹਿੰਦੇ ਕਿਸੇ ਅੱਗੋਂ ਝੁਕਣਾ ਨਹੀਂ, ਨਾ ਨਾ। ਅਤੇ ਲੋਕ ਹੰਕਾਰੀ ਹੋ ਰਹੇ ਹਨ। ਅਤੇ ਉੱਥੇ ਬਾਣੀ ਦੇ ਵਿੱਚ ਇਹੀ ਲਿਖਿਆ ਹੋਇਆ ਹੈ, ਜੋ ਜੋ ਦੀਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗਾ ਪਾਈ ਜੀ। ਕਰ ਡੰਡੌਤ ਪੁੰਨ ਵੱਡਾ ਹੈ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ। ਰੋਜ਼ ਹੀ ਤਾਂ ਪੜ੍ਹਦੇ ਹਨ, ਪਰ ਅਮਲ ਨਹੀਂ ਹੈ ਨਾ। ਅਤੇ ਦੱਸਣ ਵਾਲੇ ਹੰਕਾਰੀ ਬਣਾ ਰਹੇ ਹਨ ਅਤੇ ਲੋਕ ਬਣ ਰਹੇ ਹਨ। ਇਸ ਕਰਕੇ ਉਹ ਕਿਸੇ ਦੀ ਮੰਨਣ ਨੂੰ ਵੀ ਤਿਆਰ ਨਹੀਂ ਹਨ। ਉਹ ਕਹਿੰਦੇ ਹਨ ਵੀ ਜੋ ਸਾਨੂੰ ਇਹ ਗਿਆਨ ਮਿਲ ਰਿਹਾ ਹੈ ਇਹਦੇ ਦੁਆਰਾ ਹੀ ਮੁਕਤ ਹੋ ਜਾਵਾਂਗੇ, ਪਰ ਜ਼ਿਆਦਾ ਫਸ ਰਹੇ ਹਨ ਲੋਕ, ਕਿਉਂਕਿ ਆਪਣੇ ਆਪ ਮਨ ਤੋਂ ਉਲਟ, ਗੁਰੂ ਦਾ ਉਪਦੇਸ਼ ਹੀ ਉਲਟ ਹੈ। ਇਸ ਕਾਰਨ ਤੁਸੀਂ ਅਕਸਰ ਦੇਖਿਆ ਹੋਵੇਗਾ ਪ੍ਰਚਾਰਕਾਂ ਨੂੰ ਵੀ ਉਹ ਜ਼ਿਆਦਾਤਰ ਜਿਹੜੇ ਸੰਸਾਰ ਨੂੰ ਝੂਠ ਕਹਿਣ ਵਾਲੇ ਉਪਦੇਸ਼ ਹਨ ਉਹ ਘੱਟ ਵਰਤਦੇ ਹਨ, ਕਿਉਂਕਿ ਤੇ ਸਾਰੇ ਤਾਂ ਸੰਸਾਰੀ ਹਨ। ਜਿਸ ਤਰ੍ਹਾਂ ਮੈਂ ਵਾਰ-ਵਾਰ ਵਰਤਦਾ ਹਾਂ, ਜਗ ਰਚਨਾ ਸਭ ਝੂਠ ਹੈ, ਕੂੜ ਹੈ, ਅਸੱਤ ਹੈ, ਇਹ ਤਾਂ ਪ੍ਰਚਾਰਕ ਥੋੜ੍ਹੀ ਕਹਿੰਦੇ ਹਨ। ਬਹੁਤ ਘੱਟ, ਜੇ ਕਹਿਣਗੇ ਵੀ ਤਾਂ ਹੋਰ ਤਰ੍ਹਾਂ ਕਹਿਣਗੇ ਵੀ ਉਹਨਾਂ ਨੇ ਕਿਹਾ ਸੀ, ਕਿਉਂਕਿ ਜਾਣਿਆ ਥੋੜ੍ਹੀ ਹੈ ਸੱਤ। ਕਹਿਣ ਕਿਵੇਂ, ਫਸੇ ਤੇ ਹੋਏ ਹਨ ਆਪ ਵੀ ਵਿੱਚੇ ਵਿਚਾਰ ਚੱਲ ਰਹੇ, ਵਿੱਚ ਉਲਝੇ ਹੋਏ ਹਨ, ਤੋਂ ਦੂਸਰਿਆਂ ਨੂੰ ਵੀ ਉਲਝਾ ਰਹੇ ਹਨ। ਅਤੇ ਗੁਰੂ ਦਾ ਉਪਦੇਸ਼ ਬਿਲਕੁਲ ਮਨ ਦੇ ਉਲਟ ਹੈ। ਇਸ ਕਰਕੇ ਮਨ
ਮੰਨਣ ਨੂੰ ਤਿਆਰ ਨਹੀਂ ਹੋਵੇਗਾ, ਨਾ ਹੀ ਮਿਟਣ ਨੂੰ ਤਿਆਰ ਹੁੰਦਾ ਹੈ। ਜਿਵੇਂ ਸਰੀਰ ਕਰਕੇ ਨਹੀਂ ਮਰਨਾ ਚਾਹੁੰਦੇ ਹੋ, ਤਾਂ ਮਨ ਦਾ ਮਰਨਾ ਤੇ ਹੋਰ ਵੀ ਕਠਿਨ ਹੈ। ਇਹ ਤਾਂ ਜਨਮਾਂ ਜਨਮਾਂਤਰਾਂ ਤੋਂ। ਤੇ ਇਸ ਕਾਰਨ ਇਹ ਉਲਟਾ ਪਾਸੇ ਨਹੀਂ ਤੁਸੀਂ ਆਪਣੇ ਆਪ ਜਾ ਸਕਦੇ, ਮੌਤ ਵਾਲੇ ਪਾਸੇ। ਉਲਟਾ ਖੇਲ ਖਸਮ ਕਾ ਵੰਸਿਓ ਕਰੇ ਇੱਕ ਵੰਸ। ਉਲਟਾ ਖੇਲ ਹੈ, ਤੇ ਇਹ ਉਲਟਾ ਖੇਲ ਖੇਲਣ ਵਾਸਤੇ ਕਈ ਪ੍ਰਭੂ ਦੇ ਪਿਆਰਿਆਂ ਦੀ ਡਿਊਟੀ ਲੱਗੀ ਹੋਈ ਹੈ। ਉਹ ਫਿਰ ਇਹ ਉਲਟੇ ਖੇਲ 'ਚ ਪਾ ਦਿੰਦੇ ਹਨ। ਸੰਸਾਰ ਦਾ ਖੇਲ, ਦਰਅਸਲ ਸੰਸਾਰ ਦਾ ਖੇਲ ਤੁਸੀਂ ਕਹਿੰਦੇ ਹੋ ਸਿੱਧਾ ਹੈ, ਪਰ ਜਿਹੜੇ ਜਾਗਰਤ ਹੈ ਉਹ ਉਲਟਾ ਕਹਿੰਦੇ ਹਨ। ਅਤੇ ਤੁਸੀਂ ਜਾਗਰਤ ਪੁਰਸ਼ਾਂ ਦਾ ਉਲਟਾ ਖੇਲ ਕਹਿ ਰਹੇ ਹੋ, ਪਰ ਉੱਥੇ ਜਾਓਗੇ ਤਾਂ ਇਹ ਸਿੱਧਾ ਲੱਗੇਗਾ। ਇਹ ਵਾਸਤਵਿਕ ਹੈ, ਕਿਉਂਕਿ ਜੋ ਤੁਸੀਂ ਖੇਲ ਰਹੇ ਹੋ ਝੂਠ ਹੈ। ਅਤੇ ਸਤਿਪੁਰਖ ਵੀ ਸਰੀਰ ਕਰਕੇ ਤਾਂ ਜਿੰਨਾ ਚਿਰ ਹੈ ਖੇਲਦੇ ਹੀ ਹਨ, ਨਾਲ ਨਾਲ ਦੇਖਦੇ ਵੀ ਰਹਿੰਦੇ ਹਨ ਖੇਲ ਨੂੰ। ਅਤੇ ਸੱਤ ਇਸ ਕਰਕੇ ਉਹ ਵੀ ਸੱਤ ਦੇ ਵਿੱਚ ਬੈਠ ਕੇ ਖੇਡਦੇ ਹਨ। ਜਿਵੇਂ ਛੋਟਾ ਜਿਹਾ ਬੱਚਾ ਖੇਡ ਰਿਹਾ ਹੈ, ਵੈਸੇ ਹੀ, ਕਿਉਂਕਿ ਹਾਲੇ ਉਹਨੂੰ ਝੂਠ ਨੇ ਪਕੜਿਆ ਨਹੀਂ ਨਾ, ਤ੍ਰਿਸ਼ਨਾ ਵਾਸ਼ਨਾ ਜਾਗੀ ਨਹੀਂ, ਇਸ ਕਰਕੇ ਉਹ ਝੂਠੇ ਖੇਲ 'ਚ ਤੇ ਪਿਆ ਨਹੀਂ। ਅਤੇ ਉਹ ਦੇਖੋ ਤੁਸੀਂ ਉਹਨੂੰ ਕਹਿੰਦੇ ਉਹ ਖਿਡੌਣਿਆਂ ਨਾਲ ਖੇਡ ਰਿਹਾ, ਉਹ ਖੁਸ਼ ਹੈ, ਉਹਦੇ ਕੋਲ ਕੁਝ ਵੀ ਨਹੀਂ ਹੈ, ਨਾ ਹੀ ਫਿਰ ਉਹਨੂੰ ਕੋਈ ਚਿੰਤਾ ਹੈ। ਸਭ ਕੁਛ ਦੇਖੋ ਪਰਮਾਤਮਾ ਦਿੰਦਾ ਹੈ, ਉਹਨੂੰ ਦੇ ਰਿਹਾ ਹੈ ਜਿਹੜਾ ਬਿਲਕੁਲ ਅਸਹਾਏ ਹੈ। ਸਭ ਕੁਛ ਮਿਲ ਜਾਂਦਾ ਹੈ। ਅਤੇ ਜਿਹੜਾ ਐਵੇਂ ਪਰਮਾਤਮਾ ਦੀ ਗੋਦੀ ਦੇ ਵਿੱਚ ਖੇਲਣ ਲੱਗ ਪਿਆ, ਉਹ ਸੱਤ ਦਾ ਖੇਲ ਖੇਲਦਾ। ਇਵੇਂ ਹੀ ਸੰਸਾਰ ਤੋਂ ਵਾਪਸ ਆਉਣਾ ਹੈ।